ਹੁਣ ਸਮਾਂ ਹੈ ਇਸ ਪਾਵਨ ਪਵਿੱਤਰ ਸਥਾਨ ਦੀ ਮਰਿਆਦਾ ਅਨੁਸਾਰ ਚੱਲ ਰਹੇ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਕਥਾ ਦਾ। ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰ ਰਹੇ ਹਨ ਸਤਿਕਾਰਯੋਗ ਮਾਣਯੋਗ ਗਿਆਨੀ ਮਨਪ੍ਰੀਤ ਸਿੰਘ ਜੀ ਕਣਕਵਾਲ। ਤਿੰਨਾਂ ਪਾਸੋਂ ਬੜੇ ਹੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੀ ਗੋਚ ਬੈਠ ਕਰਕੇ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਇਮਾਨ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਲੋਕ ਪਰਲੋਕ ਦੇ ਸਹਾਈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ
ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋ ਅਸਥਾਨਾਂ ਉੱਤੇ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਸਤਸੰਗੀ ਜਨੋ, ਸਾਹਿਬਾਂ ਦੀ ਅਪਾਰ ਕਿਰਪਾ, ਅਪਾਰ ਬਖਸ਼ਿਸ਼, ਰਹਿਮਤਾਂ ਦੇ ਪਾਤਰ ਅਸੀਂ ਬਣੇ ਹਾਂ। ਉਸੇ ਰਹਿਮਤਾਂ, ਕਿਰਪਾ, ਬਖਸ਼ਿਸ਼ਾਂ ਦੇ ਸਦਕਾ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸਜਣ ਦਾ, ਬੈਠਣ ਦਾ ਸਮਾਂ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਆਪ ਜੀ ਨੇ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਪਾਸੋਂ ਪਾਵਨ ਗੁਰਬਾਣੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਜਿਤਨਾ ਕੁ ਸਮਾਂ ਸਾਡੇ ਕੋਲ ਬਾਕੀ ਹੈ, ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਦੁਆਰਾ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰੀਏ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕੇ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ, ਜੋ ਕਿ ਗੌੜੀ ਰਾਗ ਦੇ ਵਿੱਚ ਗਰੀਬ ਨਿਵਾਜ ਬਖਸ਼ਿਸ਼ਾਂ ਕਰ ਰਹੇ ਹਨ, ਜਿਸ ਦੇ ਪਹਿਲੇ 2 ਛੰਦ 2 ਬੰਦ ਆਪ ਜੀ ਨੇ ਕੱਲ ਦੇ ਦੀਵਾਨਾਂ ਵਿੱਚ ਸਰਵਣ ਕੀਤੇ ਹਨ। ਸੋ ਆਪ ਜੀ ਨੇ ਇਸ ਸ਼ਬਦ ਦੀ ਉਥਾਨਕਾ ਵੀ ਸਰਵਣ ਕੀਤੀ ਹੋ ਕਿ ਕਿਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬਾਬਾ ਮੋਹਨ ਜੀ ਦੇ ਪਾਸ ਆਏ ਗੁਰਬਾਣੀ ਦੀਆਂ ਪਾਵਨ ਪੋਥੀਆਂ ਲੈਣ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਬਾਬਾ ਮੋਹਨ ਜੀ ਦੇ ਚੁਬਾਰੇ ਦੇ ਸਾਹਮਣੇ ਖੜ ਕੇ, ਸਾਹਮਣੇ ਨੀਚੇ ਥੱਲੇ ਹੀ ਆਸਣ ਲਾ ਕੇ ਮਹਾਰਾਜ ਨੇ ਇਹ ਪਾਵਨ ਸ਼ਬਦ ਉਸ ਸਮੇਂ ਉੱਥੇ ਉਚਾਰਨ ਕੀਤਾ ਸੀ। ਤੇ ਭਾਵੇਂ ਕਿ ਇਹ ਸ਼ਬਦ ਹੈ ਜੋ ਬਾਬਾ ਮੋਹਨ ਜੀ ਦੇ ਪ੍ਰਥਾਏ ਹੈ, ਪਰ ਨਾਲ ਹੀ ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਮੋਹਨ ਸ਼ਬਦ ਕਹਿ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰ ਰਹੇ ਹਨ। ਜਿਹੜਾ ਪਰਮੇਸ਼ਰ ਵਾਹਿਗੁਰੂ ਮੋਹਨ ਭਾਈ, ਜੋ ਸੰਸਾਰ ਦਾ ਮੋਹ ਹੈ, ਇਤਿਆਦਿਕ ਦੁਨਿਆਵੀ ਪਦਾਰਥਾਂ ਦਾ ਮੋਹ ਹੈ, ਉਹਨੂੰ ਹਨ ਨਾਸ਼ ਕਰ ਦੇਣ ਵਾਲਾ ਹੈ, ਐਸਾ ਵਾਹਿਗੁਰੂ ਪਰਮੇਸ਼ਰ। ਤੇ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਦਾ ਸ਼ਬਦ ਹੈ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਭਾਵੇਂ ਗਰੀਬ ਨਿਵਾਜ ਜੀ ਦੇ ਪਾਵਨ ਸ਼ਬਦ ਕਿਸੇ ਨੂੰ ਪ੍ਰਥਾਏ ਰੱਖ ਕੇ ਹੋਣ, ਪਰ ਗੁਰੂ ਪਿਆਰਿਓ, ਕੁੱਲ ਕਾਇਨਾਤ ਵਾਸਤੇ, ਕੁੱਲ ਲੋਕਾਈ ਵਾਸਤੇ ਉਹ ਸ਼ਬਦ, ਉਹ ਮੁੱਖ ਵਾਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਸਰੂਪ ਹੁੰਦੇ ਹਨ। ਤੇ 2 ਸ਼ਬਦਾਂ ਦੀ, ਜੋ ਪਦਿਆਂ ਦੀ ਆਪ ਜੀ ਨੇ ਕੱਲ ਵਿਚਾਰ ਸਰਵਣ ਕੀਤੀ ਹੈ, ਅੱਜ ਗਰੀਬ ਨਿਵਾਜ ਜੀ ਬਖਸ਼ਿਸ਼ ਕਰ ਰਹੇ ਹਨ। ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ। ਬਾਬਾ ਮੋਹਨ ਜੀ, ਜਿੰਨੀ ਸੰਗਤ ਆਪ ਜੀ ਦੇ ਚੁਬਾਰੇ ਦੇ ਸਾਹਮਣੇ ਬੈਠੀ ਹੈ ਨਾ, ਉਹ ਤੁਹਾਨੂੰ ਧਿਆ ਰਹੀ ਹੈ, ਉਹ ਸੰਗਤ ਤੁਹਾਨੂੰ ਚੇਤੇ ਕਰ ਰਹੀ ਹੈ। ਤੇ ਅਸੀਂ ਪਾਵਨ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਸਤੇ ਤੁਹਾਡੇ ਕੋਲ ਆਏ ਹਾਂ। ਤੇ ਇਸੇ ਪ੍ਰਕਾਰ ਦਰਸ ਧਿਆਨਾ, ਸਾਰੀ ਸੰਗਤ ਦਾ ਜਿਹੜਾ ਧਿਆਨ ਹੈ ਉਹ ਮਹਾਰਾਜ ਜੀ ਦੀ ਬਾਣੀ ਦੀਆਂ ਪੋਥੀਆਂ ਦੀ ਤਰਫ ਹੈ। ਤੇ ਇਸੇ ਪ੍ਰਕਾਰ ਦੂਸਰੇ ਅਰਥਾਂ ਵਿੱਚ ਗਰੀਬ ਨਿਵਾਜ ਬਖਸ਼ਿਸ਼ਾਂ ਕਰਦੇ ਹਨ। ਹੇ ਮੋਹਨ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ, ਜਿੰਨੀ ਸੰਗਤ ਹੈ, ਜਿੰਨੇ ਆਪ ਜੀ ਦੇ ਪਿਆਰੇ ਹਨ, ਕੁੱਲ ਲੋਕਾਈ ਹੈ, ਸਾਰੀ ਸੰਗਤ ਤੁਹਾਡਾ ਨਾਮ ਜਪਦੀ ਹੈ, ਤੁਹਾਨੂੰ ਧਿਆਉਂਦੀ ਹੈ। ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਰਹਿਮਤਾਂ ਕਰੋ, ਦਰਸ ਧਿਆਨਾ। ਸਾਰੀ ਸੰਗਤ ਦਾ ਧਿਆਨ ਆਪ ਜੀ ਦੇ ਦਰਸ਼ਨਾਂ ਵਿੱਚ ਹੈ। ਕਦੋਂ ਆਪ ਜੀ ਕਿਰਪਾ ਕਰੋਗੇ, ਆਪ ਜੀ ਰਹਿਮਤਾਂ ਕਰੋਗੇ ਕਿ ਛਿਣ ਮਾਤਰ ਵੀ ਆਪਣੇ ਪਿਆਰਿਆਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋਗੇ। ਮੋਹਨ ਜਮ ਨੇੜ ਨਾ ਆਵੈ ਤੁਧ ਜਪ ਹੈ ਨਿਦਾਨਾ। ਐ ਮੋਹਨ ਜੀ, ਐ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਤੁਹਾਨੂੰ ਜਪਦੇ ਆ ਨਾ, ਨਿਦਾਨਾਂ ਤੋਂ ਭਾਵ ਹੁੰਦਾ ਅੰਤ ਨੂੰ,
ਭਾਵੇਂ ਸਰੀਰ ਦੇ ਸਵਾਸਾਂ ਦੇ ਅਖੀਰਲੇ ਸਮੇਂ ਵੀ ਤੁਹਾਨੂੰ ਜਪ ਲੈਣ ਤੇ ਸਤਿਗੁਰੂ ਕਿਰਪਾ ਕਰਦੇ ਹੋ, ਤੁਸੀਂ ਰਹਿਮਤਾਂ ਕਰਦੇ ਹੋ, ਉਹਨਾਂ ਦੇ ਜਮ ਨੇੜੇ ਨਹੀਂ ਆਉਂਦੇ, ਉਹਨਾਂ ਦੇ ਜਮਦੂਤ ਕੋਲੇ ਨਹੀਂ ਆਉਂਦੇ। ਫਿਰ ਅਖੀਰਲੇ ਸਮੇਂ ਵੀ ਭਾਵੇਂ ਕਿ ਰਹਿੰਦੇ ਜੀਵਨ ਵਿੱਚ ਵੱਡੇ ਤੋਂ ਵੱਡਾ ਕੁਕਰਮ ਕੀਤਾ ਹੋਵੇ, ਵੱਡੇ ਤੋਂ ਵੱਡਾ ਕੋਈ ਪਾਪੀ ਹੋਵੇ, ਪਰ ਸਾਧ ਸੰਗਤ ਜੀ ਜੇ ਅਖੀਰਲੇ ਸਮੇਂ ਵੀ ਵਾਹਿਗੁਰੂ ਚੇਤੇ ਆ ਜਾਏ, ਪਰਮੇਸ਼ਰ ਹਿਰਦੇ ਵਿੱਚ ਯਾਦ ਆ ਜਾਏ, ਫਿਰ ਅੰਤ ਨੂੰ ਜਮ ਨਹੀਂ ਉਹਨੂੰ ਲੈਣ ਆਉਂਦੇ। ਫਿਰ ਇਸੇ ਪ੍ਰਕਾਰ ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਆ, ਕਿਰਪਾ ਕਰਦੇ ਹਨ। ਤੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਗਟ ਨਹਿ ਹੈ, ਜਿਹੜਾ ਇੱਕ ਵਾਰ ਵੀ ਭਾਈ ਪਰਮੇਸ਼ਰ ਨੂੰ ਧਿਆ ਲਵੇਗਾ, ਜਮਦੂਤ ਉਹਦੇ ਕੋਲ ਨਹੀਂ ਆਉਂਦੇ। ਇਸੇ ਪ੍ਰਕਾਰ ਹੀ ਏਕ ਚਿਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ਾਂ ਕਰਦੇ ਆ। ਇੱਕ ਵਾਰ ਵੀ ਭਾਈ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ, ਉਹਦੇ ਜਮ ਨਹੀਂ ਨਜ਼ਦੀਕ ਆਉਂਦੇ। ਇੱਥੋਂ ਤੱਕ ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਹਨ ਕਿ ਭਾਈ ਧਰਮ ਰਾਜੇ ਨੇ ਵੀ ਆਪਣੇ ਜਮਦੂਤਾਂ ਨੂੰ ਇਹ ਹਦਾਇਤ ਕੀਤੀ ਹੈ, ਜਿਹੜੇ ਵਾਹਿਗੁਰੂ ਦਾ ਨਾਮ ਜਪਣ ਵਾਲੇ, ਜਿਹੜੇ ਰੱਬ ਦੇ ਪਿਆਰੇ ਉਹਦੇ ਜਸ ਨੂੰ ਗਾਉਣ ਵਾਲੇ ਹਨ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁੱਟੈ, ਨਿਗਟ ਨਾ ਜਾਈਓ ਦੂਤ। ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੇ ਨਜ਼ਦੀਕ ਨਹੀਂ ਜਾਣਾ, ਉਹਨਾਂ ਦੇ ਕੋਲ ਨਹੀਂ ਜਾਣਾ। ਸਜ਼ਾਵਾਂ ਦੇਣੀਆਂ ਤੇ ਬੜੀਆਂ ਦੂਰ ਦੀਆਂ ਗੱਲਾਂ ਨੇ, ਉਹਨਾਂ ਦੇ ਨਜ਼ਦੀਕ ਨੇੜੇ ਵੀ ਨਹੀਂ ਜਾਣਾ ਹੈ। ਤੇ ਇਸੇ ਪ੍ਰਕਾਰ ਹੀ ਸਾਧ ਸੰਗਤ ਜੀ, ਜਿਨ੍ਹਾਂ ਤੇ ਗੁਰੂ ਕਿਰਪਾ ਕਰੇ, ਜਿਨ੍ਹਾਂ ਨੂੰ ਅੰਤਲੇ ਸਮੇਂ ਵੀ ਪਰਮੇਸ਼ਰ ਯਾਦ ਆ ਜਾਏ, ਉਹਨਾਂ ਨੂੰ ਜਮ ਨਹੀਂ ਲੈਣ ਆਉਂਦੇ। ਉਹ ਭਾਵੇਂ ਅਜਾਮਲ ਵਰਗੇ ਪਾਪੀ ਵੀ ਲੋਕ, ਜਿਨ੍ਹਾਂ ਨੂੰ ਕਹਿੰਦੇ ਆ ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ, ਪਰ ਜਦੋਂ ਗੁਰੂ ਦੀ ਰਹਿਮਤ ਹੁੰਦੀ ਹੈ, ਜਦੋਂ ਗੁਰੂ ਦੀ ਦ੍ਰਿਸ਼ਟੀ ਹੁੰਦੀ ਹੈ, ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਉਹ ਜਿਨ੍ਹਾਂ ਨੂੰ ਲੋਕ ਅਜਾਮਲ ਪਾਪੀ ਕਹਿੰਦੇ ਆ, ਉਹ ਅਜਾਮਲ ਭਗਤ ਬਣ ਕੇ ਦੁਨੀਆ ਦੇ ਸਾਹਮਣੇ ਆਉਂਦੇ ਨੇ। ਕਦੋਂ? ਪਰ ਜਦੋਂ ਗੁਰੂ ਚੇਤੇ ਆ ਜਾਏ, ਜਦੋਂ ਪਰਮੇਸ਼ਰ ਚਿੱਤ ਚੇਤੇ ਵਿੱਚ ਆ ਜਾਏ। ਤੇ ਇਸੇ ਪ੍ਰਕਾਰ ਭਾਵੇਂ ਜੀਵਨ ਕਿਸੇ ਦਾ ਕਿੰਨਾ ਵੀ ਗਰਕਿਆ ਹੋਵੇ, ਪਤਤ ਹੋ ਜਾਏ, ਗਨਕਾ ਬੇਸ਼ਵਾਇਆ, ਪਰ ਜਦੋਂ ਗੁਰੂ ਚੇਤੇ ਵਿੱਚ ਆ ਗਿਆ, ਉਹਦਾ ਵੀ ਉਧਾਰ ਹੋ ਗਿਆ ਹੈ। ਜਦੋਂ ਗੁਰੂ ਦੀ ਕਿਰਪਾ ਹੋਈ, ਉਹਦਾ ਵੀ ਉਧਾਰ ਹੋ ਗਿਆ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ, ਇਤਿਹਾਸ ਇਹ ਵਿੱਚ ਇੱਕ ਨਹੀਂ ਬੇਅੰਤ ਐਸੀਆਂ ਸਾਖੀਆਂ ਨੇ, ਬੇਅੰਤ ਹੀ ਐਸੀਆਂ ਘਟਨਾਵਾਂ ਨੇ ਕਿ ਜਦੋਂ ਪਰਮੇਸ਼ਰ ਚਿੱਤ ਚੇਤੇ ਆ ਜਾਏ, ਜਦੋਂ ਗੁਰੂ ਦੀ ਕਿਰਪਾ ਹੋ ਜਾਏ ਨਾ, ਫਿਰ ਪਾਪੀ ਤੋਂ ਪਾਪੀ ਬੰਦੇ ਦਾ ਵੀ ਉਧਾਰ ਹੋ ਜਾਂਦਾ ਹੈ। ਉਹ ਵੀ ਰੱਬ ਦੇ ਪਿਆਰੇ ਭਗਤ ਬਣ ਜਾਂਦੇ ਨੇ, ਉਹਨਾਂ ਨੂੰ ਵੀ ਜਮਦੂਤ ਨਹੀਂ ਲੈਣ ਆਉਂਦੇ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਭਾਵੇਂ ਸਰੀਰਕ ਤੌਰ ਦੇ ਉੱਤੇ ਰਹਿੰਦੇ ਸਵਾਸਾਂ ਤੱਕ ਮਾੜੇ ਤੋਂ ਮਾੜਾ ਕੰਮ ਕਿਉਂ ਨਾ ਕੀਤਾ ਹੋਵੇ, ਪਰ ਜਦੋਂ ਅੰਤਲੇ ਸਮੇਂ ਪਰਮੇਸ਼ਰ ਯਾਦ ਹੈ, ਫਿਰ ਗੁਰੂ ਕਿਰਪਾ ਕਰ ਦਿੰਦਾ, ਮਹਾਰਾਜ ਲਜਿਆ ਰੱਖਦੇ ਆ, ਫਿਰ ਸਾਹਿਬ ਜੀ ਕਿਰਪਾ ਕਰਦੇ ਹਨ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਮਰਦਾਨਾ ਸਾਹਿਬ ਕਹਿਣ ਲੱਗੇ, ਮਹਾਰਾਜ ਭੁੱਖ ਬਹੁਤੀ ਲੱਗੀ ਹੈ। ਭਾਈ ਮਰਦਾਨਾ ਜੀ ਦੇ ਕਹਿਣ ਦੇ ਉੱਤੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਇੱਕ ਨਗਰ ਵਿੱਚ ਚਲੇ ਗਏ। ਚਲੇ ਤੇ ਗਏ, ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ ਤੂੰ ਜਾ ਤੇ ਰਿਹਾ ਹੈ, ਪਰ ਇਹਦਾ ਨਤੀਜਾ ਕੋਈ ਚੰਗਾ ਨਹੀਂ ਹੋਵੇਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨਗਰ ਹੈ ਠੱਗਾਂ ਦਾ, ਚੋਰਾਂ ਦਾ ਨਗਰ ਹੈ। ਉਹ ਲੋਕਾਂ, ਜਿਹੜਾ ਮਹਿਮਾਨ ਉਹਨਾਂ ਦੇ ਆਉਂਦਾ, ਉਹਦੀ ਬੜੀ ਸੇਵਾ ਕਰਦੇ ਆ, ਬੜੀ ਟਹਿਲ ਕਰਦੇ ਆ। ਭੋਜਨ ਵਿੱਚ, ਖਾਣੇ ਵਿੱਚ ਕੁਝ ਚੀਜ਼ ਮਿਲਾ ਕੇ, ਜ਼ਹਿਰ ਮਿਲਾ ਕੇ ਦੇ ਦਿੰਦੇ ਆ, ਬੰਦਾ ਰਾਤੋਂ ਰਾਤ ਮਰ ਜਾਂਦਾ ਹੈ, ਉਹਨੂੰ ਲੁੱਟ ਲੈਂਦੇ ਨੇ। ਭਾਈ ਮਰਦਾਨਾ ਸਾਹਿਬ, ਗੁਰੂ ਨਾਨਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਿਰਾਜਮਾਨ ਨੇ। ਉਹਨਾਂ ਸਾਰੇ ਠੱਗਾਂ ਦੇ ਵਿੱਚੋਂ ਇੱਕ ਠੱਗ ਆਇਆ, ਕਹਿਣ ਲੱਗਾ, ਭਗਤ ਜੀ, ਮਹਾਰਾਜ ਜੀ ਕੁਝ ਛਕੋਗੇ? ਗੁਰੂ ਨਾਨਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨਾ ਕਰ ਦਿੱਤਾ। ਭਾਈ ਮਰਦਾਨਾ ਜੀ ਵੇਖਦੇ ਵੀ ਮਹਾਰਾਜ ਭੁੱਖ ਤੇ ਬਹੁਤੀ ਲੱਗੀ, ਤੁਸੀਂ ਮਨਾ ਹੀ ਕਿਉਂ ਕੀਤੀ ਹੈ? ਉਹਨਾਂ ਦੁਬਾਰਾ ਪੁੱਛਿਆ, ਤੀਸਰੀ ਵਾਰ ਪੁੱਛੇ ਤੂੰ ਵੀ ਗੁਰੂ ਨਾਨਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਨਾ ਕਰ ਦਿੱਤਾ। ਭਾਈ ਮਰਦਾਨਾ ਜੀ ਤੋਂ ਰਿਹਾ ਨਹੀਂ ਗਿਆ, ਕਹਿਣ ਲੱਗੇ, ਮਹਾਰਾਜ ਭੁੱਖ ਤੇ ਬਹੁਤੀ ਲੱਗੀ, ਤੁਸੀਂ ਕੁਝ ਛਕਣ ਨੂੰ ਕਹਿ ਕਿਉਂ ਨਹੀਂ ਰਹੇ? ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ, ਇਹ ਐਸੇ ਲੋਕ ਨੇ ਜਿਹੜੇ ਮਾਰਦੇ ਪਹਿਲਾਂ ਨੇ ਤੇ ਲੁੱਟਦੇ ਬਾਅਦ ਵਿੱਚੋਂ ਨੇ। ਨਹੀਂ ਤੇ ਆਮ ਜਿਹੜੇ ਨੇ ਨਾ ਠੱਗ ਨੇ, ਕੋਈ ਲੁੱਟਣ ਵਾਲੇ, ਉਹ ਲੁੱਟ ਲੈਂਦੇ ਆ ਤੇ ਬੰਦੇ ਨੂੰ ਮਾਰ ਦਿੰਦੇ ਆ। ਮਹਾਰਾਜ ਕਹਿਣ ਲੱਗੇ, ਐਸੇ ਲੋਟੂ ਨੇ, ਐਸੇ ਠੱਗ ਨੇ, ਬੰਦੇ ਨੂੰ
ਲੁੱਟਦੇ ਬਾਅਦ ਵਿੱਚੋਂ ਆ ਮਾਰ ਪਹਿਲਾਂ ਦਿੰਦੇ। ਭਾਈ ਮਰਦਾਨੇ ਦੀ ਭੁੱਖ ਐਵੇਂ ਉਤਰ ਗਈ ਜਿਵੇਂ ਬਹੁਤੇ ਭੁੱਖੇ ਨੂੰ 36 ਪ੍ਰਕਾਰ ਦੇ ਭੋਜਨ ਮਿਲ ਗਏ ਹੋਣ। ਜਦੋਂ ਪਤਾ ਲੱਗਾ ਵੀ ਮਹਾਰਾਜ ਇਹ ਤੇ ਗੱਲ ਹੀ ਹੋਰ ਹੈ, ਭਾਈ ਮਰਦਾਨਾ ਸਾਹਿਬ ਕਹਿਣ ਲੱਗੇ ਮਹਾਰਾਜ ਫਿਰ ਚੱਲੀਏ ਇੱਥੋਂ। ਤੇ ਮਹਾਰਾਜ ਕਹਿੰਦੇ ਨਹੀਂ ਭਾਈ, ਉਧਾਰ ਤੇ ਇਹਨਾਂ ਦਾ ਵੀ ਕਰਨਾ, ਅਸੀਂ ਤੇ ਸੰਸਾਰ ਵਿੱਚ ਕਰਨ ਹੀ ਉਧਾਰ ਵਾਸਤੇ ਆਏ ਹਾਂ। ਰਾਤ ਬਤੀਤ ਹੋਈ, ਮਹਾਰਾਜ ਛੇ ਪਾਤਸ਼ਾਹ ਅੰਮ੍ਰਿਤ ਵੇਲੇ ਉੱਠੇ ਤੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠ ਕੇ ਭਾਈ ਮਰਦਾਨਾ ਸਾਹਿਬ ਨੂੰ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆਂ ਕੀਰਤਨ ਕਰੀਏ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜੇ ਚੋਰ ਉੱਠ ਖੜੇ ਤੇ ਆਪਾਂ ਨੂੰ ਤੇ ਫਿਰ ਇਹਨਾਂ ਮਾਰ ਦੇਣਾ, ਕਤਲ ਕਰ ਦੇਣਾ, ਆਪਾਂ ਚੱਲੀਏ ਇੱਥੋਂ। ਮਹਾਰਾਜ ਕਹਿਣ ਲੱਗੇ ਨਹੀਂ। ਉੱਥੇ ਸਤਿਗੁਰਾਂ ਕੀਰਤਨ ਕੀਤਾ ਤੇ ਜਦੋਂ ਚਲੇ ਗਏ ਉਹ ਚੋਰ ਉੱਠੇ, ਠੱਗਾਂ ਵੇਖਿਆ ਵੀ ਉਹ ਜਿਹੜੇ ਫਕੀਰ ਆਏ ਸਨ ਉੱਤੇ ਚਲੇ ਗਏ, ਕਿਉਂਕਿ ਮਹਾਰਾਜ ਦੇ ਚਿਹਰੇ ਦਾ ਤੇਜ ਪ੍ਰਤਾਪ ਹੈ ਇੰਨਾ ਕਿ ਵੇਖਣ ਨੂੰ ਲੱਗਦਾ ਕਿਸੇ ਸ਼ਾਹੂਕਾਰ ਦੇ ਪੁੱਤਰ ਨੇ। ਬੜਾ ਮਹਾਰਾਜ ਸਤਿਗੁਰੂ ਦਾ ਤੇਜ ਪ੍ਰਤਾਪ ਹੈ, ਨੂਰਾਨੀ ਚਿਹਰਾ ਹੈ। ਕਹਿਣ ਲੱਗੇ ਉਹ ਚਲੇ ਗਏ, ਉਹਨਾਂ ਕੋਲ ਮਾਇਆ ਬਹੁਤੀ ਹੋਏਗੀ, ਲੁੱਟਣਾ ਸੀ। ਤੇ ਸਾਧ ਸੰਗਤ ਜੀ ਮਹਾਰਾਜ ਦਾ ਪਿੱਛਾ ਕਰਦੇ ਕਰਦੇ ਆ ਗਏ। ਭਾਈ ਮਰਦਾਨਾ ਸਾਹਿਬ ਜੀ ਨੇ ਵੇਖਿਆ ਮਹਾਰਾਜ ਉਹ ਚੋਰ ਤੇ ਆਪਣੇ ਪਿੱਛੇ ਆ ਗਏ। ਮਹਾਰਾਜ ਰੁਕ ਗਏ, ਖੜ ਗਏ ਨੇ। ਉਹਨਾਂ ਆ ਕੇ ਮਹਾਰਾਜ ਗਰੀਬ ਨਿਵਾਜ ਨੂੰ ਫੜ ਲਿਆ। ਸਤਿਗੁਰੂ ਕਹਿਣ ਲੱਗੇ ਅਸੀਂ ਤੁਹਾਨੂੰ ਮਾਰ ਦੇਣਾ, ਤੁਹਾਡਾ ਕਤਲ ਕਰ ਦੇਣਾ ਹੈ। ਗੁਰੂ ਨਾਨਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਭਾਈ ਸਾਡਾ ਕਤਲ ਕਰੋ, ਖੁਸ਼ ਹੋ ਕੇ ਕਰੋ, ਪਰ ਸਾਡਾ ਇੱਕ ਨਾ ਜੋ ਵਚਨ ਹੈ ਉਹ ਮੰਨ ਲਿਓ। ਕਹਿਣ ਲੱਗੇ ਕੀ? ਮਹਾਰਾਜ ਸਤਿਗੁਰੂ ਕਹਿਣ ਲੱਗੇ ਜਦੋਂ ਤੁਸੀਂ ਸਾਡਾ ਕਤਲ ਕਰ ਦੇਵੋਗੇ ਨਾ ਸਾਡੇ ਸਰੀਰ ਰੁਲ ਜਾਣੇ ਆ, ਇਸ ਕਰਕੇ ਜਦੋਂ ਤੁਸੀਂ ਸਾਡਾ ਕਤਲ ਕਰੋਗੇ ਤੇ ਸਾਡੇ ਸਰੀਰਾਂ ਦਾ ਦਾਹ ਸੰਸਕਾਰ ਕਰ ਦਿਓ, ਇਹਨੂੰ ਅੱਗ ਦੇ ਵਿੱਚ ਸਾੜ ਦਿਓ। ਉਹ ਕਹਿਣ ਲੱਗੇ ਚਲੋ ਤੁਹਾਡੀ ਮੰਨ ਲੈਂਦੇ ਆ, ਪਰ ਅੱਗ ਤੇ ਇੱਥੇ ਹੈ ਨਹੀਂ। ਸਾਹਮਣੇ ਵੇਖਦੇ ਆ ਕਿ ਕਿਤੇ ਧੂੰਆਂ ਉੱਠਦਾ ਪਿਆ ਹੈ। ਮਹਾਰਾਜ ਗਰੀਬ ਨਿਵਾਜ ਜੀ ਨੇ ਉਸ ਧੂਏ ਦੇ ਵੱਲ ਉਂਗਲ ਕੀਤੀ, ਆਪਣਾ ਪਾਵਨ ਹਸਤ ਕਮਲ ਕੀਤਾ, ਹੱਥ ਕੀਤਾ। ਤੇ ਸਾਧ ਸੰਗਤ ਜਿੱਧਰ ਮਹਾਰਾਜ ਨੇ ਹੱਥ ਕੀਤਾ ਉੱਥੇ ਇੱਕ ਮੁਰਦੇ ਦੀ ਲਾਸ਼ ਛੜਦੀ ਪਈ ਹੈ, ਕਿਸੇ ਮੁਰਦੇ ਦਾ ਸੰਸਕਾਰ ਹੁੰਦਾ ਪਿਆ। ਮਹਾਰਾਜ ਨੇ ਉਧਰ ਹੱਥ ਕੀਤਾ। ਮਹਾਰਾਜ ਕਹਿਣ ਲੱਗੇ ਅੱਗ ਭਾਈ ਉੱਥੇ ਤੁਸੀਂ ਚਲੇ ਜਾਓ। ਤੇ ਦੋ ਕੁ ਬੰਦੇ ਮਹਾਰਾਜ ਦੇ ਕੋਲ ਖੜ ਕੇ ਬਾਕੀ ਚਲੇ ਗਏ, ਸਤਿਗੁਰਾਂ ਨੂੰ ਬੰਨ੍ਹ ਲਿਆ। ਤੇ ਜਾ ਕੇ ਜਿਹੜੇ ਬੰਦੇ ਅੱਗ ਲੈਣ ਗਏ ਆ ਨਾ, ਉਹਨਾਂ ਕੀ ਵੇਖਿਆ ਆ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਤੇ ਬੰਨ੍ਹ ਕੇ ਚਲੇ ਗਏ। ਅੱਗੇ ਵੇਖਦੇ ਆ ਕਿ ਦੋ ਜਿਹੜੇ ਨੇ ਨਾ ਮਨੁੱਖ ਇੱਕ ਪਾਸੇ ਆ, ਦੋ ਇੱਕ ਪਾਸੇ ਨੇ, ਦੋ ਟੋਲੀਆਂ ਬਣੀਆਂ ਨੇ। ਉਹ ਆਪਸ ਦੇ ਵਿੱਚ ਭਿੜ ਰਹੇ ਨੇ, ਲੜ ਰਹੇ ਨੇ। ਇੱਕ ਬੰਦੇ ਨੂੰ ਖਿੱਚਦੇ ਆ, ਉਹ ਕਹਿੰਦੇ ਅਸੀਂ ਲੈ ਕੇ ਜਾਣਾ, ਦੂਸਰੇ ਕਹਿੰਦੇ ਇਹਨੂੰ ਅਸੀਂ ਲੈ ਕੇ ਜਾਣਾ। ਉਹਨਾਂ ਦੀ ਵਾਰਤਾਲਾਪ ਸੁਣੀ ਤੇ ਪਤਾ ਲੱਗਿਆ ਇੱਕ ਤੇ ਦੇਵਗਣ ਨੇ, ਇੱਕ ਜਮਗਣ ਨੇ, ਜਿਨ੍ਹਾਂ ਨੂੰ ਅਸੀਂ ਜਮਦੂਤ ਕਹਿੰਦੇ ਆ। ਗੁਰਬਾਣੀ ਵਿੱਚ ਇਹਦਾ ਨਾਮ ਅਜ਼ਰਾਈਲ ਫਰਿਸ਼ਤਾ ਵੀ ਆਇਆ ਆ। ਤੇ ਸਾਧ ਸੰਗਤ ਜੀ ਦੋਵੇਂ ਆਪਸ ਵਿੱਚ ਭਿੜਦੇ ਪਏ, ਲੜਦੇ ਪਏ। ਉਹਨਾਂ ਪੁੱਛਿਆ ਵੀ ਕੀ ਗੱਲ ਹੋਈ? ਕਹਿਣ ਲੱਗੇ ਜਿਹੜਾ ਇਹ ਬੰਦਾ ਨਾ ਜਿਹਦਾ ਸੰਸਕਾਰ ਹੋ ਰਿਹਾ ਸੀ, ਇਹਨੇ ਪਾਪ ਬਹੁਤੇ ਜ਼ਿਆਦਾ ਕੀਤੇ ਆ, ਇਹਦੇ ਪਾਪਾਂ ਦੀ ਕੋਈ ਹੱਦ ਨਹੀਂ ਹੈ, ਬੜਾ ਪਾਪੀ ਸੀ, ਮਾੜੇ ਕਰਮ ਕਰਦਾ ਸੀ। ਤੇ ਇਹਨੂੰ ਅਸੀਂ ਲੈਣ ਆਏ ਹਾਂ ਜਮਦੂਤ ਜਮਗਣ। ਤੇ ਇਹ ਜਿਹੜੇ ਦੇਵਗਣ ਨੇ ਸਾਡੇ ਪਾਸੋਂ ਨੂੰ ਖਿੱਚਦੇ ਪਏ, ਕਹਿੰਦੇ ਅਸੀਂ ਲੈ ਕੇ ਜਾਣਾ। ਉਹਨਾਂ ਨੂੰ ਪੁੱਛਿਆ, ਉਹ ਕਹਿਣ ਲੱਗੇ ਮੰਨਿਆ ਇਹ ਪਾਪੀ ਬੜਾ ਵੱਡਾ ਸੀ, ਇਹਨੇ ਪਾਪ ਬਹੁਤੇ ਜ਼ਿਆਦਾ ਕੀਤੇ ਸੀ, ਪਰ ਇਹਦੇ ਪਾਪ ਸਾਰੇ ਇੱਕ ਛਿਣ ਵਿੱਚ ਹੀ ਨਾਸ਼ ਹੋ ਗਏ ਜਦੋਂ ਸਾਹਮਣੇ ਉਸ ਪਰਮੇਸ਼ਰ ਗੁਰੂ ਨਾਨਕ ਸਾਹਿਬ ਨੇ ਆਪਣਾ ਹਸਤ ਕਮਲ ਇਹਦੇ ਸਰੀਰ ਵੱਲ ਕੀਤਾ ਤੇ ਇਹਦੇ ਪਾਪ ਸਾਰੇ ਦੂਰ ਹੋ ਗਏ। ਤੇ ਇਹ ਜਮਗਣਾਂ ਨੇ ਇਹਨੂੰ ਲੈ ਕੇ ਜਾਣਾ ਸੀ, ਪਰ ਹੁਣ ਇਹਨੂੰ ਦੇਵਗਣ ਲੈ ਕੇ ਜਾਣਗੇ, ਕਿਉਂਕਿ ਸਾਹਮਣੇ ਜਿਹੜਾ ਖੜਾ ਹੈ ਨਾ ਉਹ ਕੋਈ ਆਮ ਨਹੀਂ ਹੈ। ਉਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਦਾ ਸਰੂਪ ਨੇ। ਤੇ ਜਿਨ੍ਹਾਂ ਤੇ ਉਹਦੀ ਕਿਰਪਾ ਹੋ ਜਾਂਦੀ ਹੈ, ਫਿਰ ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਤੇ ਇਹਦਾ ਉਧਾਰ ਗੁਰੂ ਨਾਨਕ ਸਾਹਿਬ ਦੇ ਹੱਥ ਕਰੇ ਤੋਂ ਹੀ ਹੋ ਗਿਆ। ਉਹ ਬੜੇ ਹੈਰਾਨ ਹੋ ਗਏ ਵੀ ਸਾਡੇ ਤੋਂ ਤੇ ਪਾਪ ਬੜਾ ਵੱਡਾ ਹੋ ਗਿਆ ਆ। ਅਸੀਂ ਤੇ ਜਿਹਨੂੰ ਇੱਕ ਫਕੀਰ ਆਮ ਸਮਝ ਕੇ ਬੰਨਿਆ ਫੜਿਆ ਹੈ, ਉਹ ਤੇ ਅਕਾਲ ਪੁਰਖ ਦਾ ਸਰੂਪ ਹੈ। ਆ ਕੇ ਮਹਾਰਾਜ ਦੇ ਚਰਨਾਂ ਵਿੱਚ ਢਹਿ ਢੇਰੀ ਹੋ ਗਏ, ਗਰੀਬ ਨਿਵਾਜ ਸਾਨੂੰ ਬਖਸ਼ ਲਓ, ਸਾਡੇ ਤੇ ਕਿਰਪਾ ਕਰੋ, ਸਾਡੇ ਤੇ ਰਹਿਮਤਾਂ ਕਰ ਦਿਓ।
ਤੇ ਇਸੇ ਪ੍ਰਕਾਰ ਸਾਧ ਸੰਗਤ ਜਦੋਂ ਗੁਰੂ ਦੀ ਕਿਰਪਾ ਹੋਈ, ਗੁਰੂ ਦੀ ਨਜ਼ਰ ਹੋਈ, ਫਿਰ ਜਿਹੜੇ ਮਨੁੱਖ ਨੂੰ ਜਮਗਣ ਲੈਣ ਆਏ ਸੀ ਉਹਨੂੰ ਦੇਵਗਣ ਲੈਣ ਆ ਗਏ, ਉਹਦੇ ਸਾਰੇ ਪਾਪ ਨਸ਼ਟ ਹੋ ਗਏ। ਇਸੇ ਕਰਕੇ ਸਾਹਿਬਾਂ ਦੀ ਪਾਵਨ ਬਾਣੀ ਵਿੱਚ ਗਰੀਬ ਨਿਵਾਜ ਨੇ ਕਿਹਾ ਹੈ, ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦ੍ਰੰ ਮਹਾ ਵਿਖਿਆਤੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਕਰੋੜਾਂ ਦੁੱਖ ਤਕਲੀਫਾਂ ਦੁੱਖ ਤੇਰੇ ਦੂਰ ਹੋ ਜਾਣਗੇ ਜਦੋਂ ਸਾਹਿਬਾਂ ਦੀ ਪਾਵਨ ਬਾਣੀ ਦਾ ਨਾਮ ਜਪੇਗਾ, ਜਦੋਂ ਇੱਕ ਵਾਰ ਆਪਣੇ ਮੁਖੋਂ ਕਹੇਂਗਾ ਸਤਨਾਮ ਸ਼੍ਰੀ ਵਾਹਿਗੁਰੂ, ਤੇਰੇ ਕਰੋੜਾਂ ਪਾਪ ਕੱਟੇ ਜਾਣੇ ਆ। ਇਹ ਕੀ ਹੈ ਜੀ? ਇਹ ਗੁਰੂ ਦੇ ਨਾਮ ਦੀ ਬਖਸ਼ਿਸ਼ ਹੈ। ਤੇ ਮਹਾਰਾਜ ਕਹਿੰਦੇ ਨਾਮ ਦੀ ਇੰਨੀ ਕੋ ਭਾਈ ਕਮਾਈ ਹੈ, ਇੰਨੀ ਕੋ ਬਖਸ਼ਿਸ਼ ਹੈ। ਮੋਹਨ ਜਮ ਨੇੜ ਨਾ ਆਵੇ ਤੁਧ ਜਪਹਿ ਨਿਦਾਨਾ। ਅੰਤਲੇ ਸਮੇਂ ਵੀ ਵਾਹਿਗੁਰੂ ਜੀ ਤੁਹਾਡੇ ਨਾਮ ਨੂੰ ਪ੍ਰਮਾਤਮਾ ਜੀ ਕੋਈ ਜਪ ਲਵੇ, ਉਹਨੂੰ ਫਿਰ ਜਮਦੂਤ ਲੈਣ ਵਾਸਤੇ ਨਹੀਂ ਆਉਂਦੇ। ਰੇ ਰੇ ਦਰਗਹਿ ਕਹੈ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਜਮਕਾਲ ਤਿਨ ਕੋ ਲੱਗੈ ਨਾਹੀ, ਜੋ ਇੱਕ ਮਨ ਧਿਆਵਹੇ। ਇਹ ਪਰਮੇਸ਼ਰ ਵਾਹਿਗੁਰੂ ਜੀ ਉਹਨਾਂ ਨੂੰ ਜਮ ਜੋ ਹੈ ਤੇ ਕਾਲ ਮੌਤ ਦੇਣ ਵਾਲਾ ਜਿਹੜਾ ਜਮਦੂਤ ਹੈ ਨਾ, ਉਹਨਾਂ ਨੂੰ ਆ ਕੇ ਲਿਜਾਂਦਾ ਨਹੀਂ ਹੈ। ਜਿਨ੍ਹਾਂ ਦੇ ਇੱਕ ਵਾਰ ਤੁਸੀਂ ਮਨ ਵਿੱਚ ਆ ਜਾਂਦੇ, ਹਿਰਦੇ ਵਿੱਚ ਆ ਕੇ ਵਸ ਜਾਂਦੇ ਹੋ, ਜਿਹੜੇ ਤੁਹਾਨੂੰ ਆਪਣਾ ਬਣਾ ਲੈਂਦੇ ਹਨ। ਮਨ ਬਚਨ ਕਰਮ ਜੇ ਤੁਧ ਅਰਾਧ ਹੈ, ਸੇ ਸਭੇ ਫਲ ਪਾਵਹੇ। ਮਹਾਰਾਜ ਗਰੀਬ ਨਿਵਾਜ ਜੀ ਜਿਹੜੇ ਮਨ ਕਰਕੇ, ਆਪਣੇ ਬਚਨਾਂ ਬੋਲਾਂ ਕਰਕੇ, ਕਰਮ ਸਰੀਰ ਕਰਕੇ ਤੁਹਾਨੂੰ ਜਪਦੇ ਆ, ਤੁਹਾਨੂੰ ਅਰਾਧਦੇ ਆ, ਚਿੱਤ ਚੇਤੇ ਕਰਦੇ ਆ। ਮਨ ਕਰਕੇ ਵੀ ਪਰਮੇਸ਼ਰ ਨੂੰ ਯਾਦ ਰੱਖਣਾ ਹਰ ਸਮੇਂ, ਕੋਈ ਕਰਮ ਕਰਨਾ, ਸੰਸਾਰੀ ਕਰਮ ਕਰਨਾ, ਕੋਈ ਕੰਮਕਾਰ ਕਰਨਾ, ਮਨ ਦੇ ਵਿੱਚ ਵਿਚਾਰ ਕਰਨੀ ਵੀ ਜੇ ਮੈਂ ਇਹ ਕੰਮ ਕਰਦਾ ਤੇ ਗੁਰੂ ਆਗਿਆ ਦਿੰਦਾ ਜਾਂ ਨਹੀਂ ਦਿੰਦਾ। ਮੈਂ ਕਿਸੇ ਨਾਲ ਠੱਗੀ ਕਰਦਾ ਤੇ ਮੇਰਾ ਗੁਰੂ ਇਹਦੀ ਕੀ ਸਜ਼ਾ ਦੇਗਾ। ਕਿਸੇ ਨਾਲ ਪਾਪ ਕਰਨ ਤੋਂ ਪਹਿਲਾਂ, ਠੱਗੀਆਂ ਕਰਨ ਤੋਂ ਪਹਿਲਾਂ ਮਨ ਵਿੱਚ ਵਿਚਾਰ ਕਰਨੀ। ਇਹ ਹੈ ਜੀ ਮਨ ਕਰਕੇ ਪਰਮੇਸ਼ਰ ਨੂੰ ਧਿਆਉਣਾ। ਬਚਨਾ ਕਰਕੇ ਵੀ ਉਹਦੀ ਹੀ ਕਮਾਈ ਕਰਨੀ, ਕਿਉਂਕਿ ਬਚਨਾ ਕਰਕੇ ਵੀ ਪਾਪ ਹੁੰਦਾ ਹੈ। ਤੇ ਸਾਧ ਸੰਗਤ ਜੀ ਵਿਦਵਾਨਾਂ ਨੇ 3 ਤਰ੍ਹਾਂ ਦੇ ਪਾਪ ਮੰਨੇ ਨੇ, ਮਨ ਕਰਕੇ, ਬਚਨਾ ਕਰਕੇ ਤੇ ਸਰੀਰ ਕਰਕੇ। ਗੁਰਸਿੱਖਾਂ ਨੇ ਤਿੰਨੇ ਪਾਪਾਂ ਤੋਂ ਬਚਣਾ। ਮਨ ਕਰਕੇ ਵੀ ਬਚਣਾ ਹੈ, ਮਨ ਦੇ ਵਿੱਚ ਭੈੜੇ ਖਿਆਲਾਤ ਆਉਣੇ, ਮਨ ਵਿੱਚ ਵਿਸ਼ੇ ਵਿਕਾਰ ਉੱਠਣੇ, ਮਨ ਦਾ ਪਾਪ ਹੈ। ਤੇ ਬਚਨ ਕਰਕੇ ਬੋਲ ਐਸੇ ਕਰ ਦੇਣੇ, ਭੈੜੀਆਂ ਗੱਲਾਂ ਕਰਨੀਆਂ, ਭੈੜੀਆਂ ਗਾਲਾਂ ਕੱਢਣੀਆਂ, ਇਹ ਬਚਨਾ ਕਰਕੇ ਪਾਪ ਹੈ। ਸਰੀਰ ਕਰਕੇ ਸਾਧ ਸੰਗਤ ਜੀ ਕੋਈ ਪਾਪ ਕਰਮ ਕਰ ਲੈਣਾ, ਤੇ ਗੁਰਸਿੱਖਾਂ ਨੇ ਤਿੰਨੇ ਪਾਪਾਂ ਤੋਂ ਬਚਣਾ ਹੈ। ਤੇ ਤਿੰਨੇ ਕਰਮਾਂ ਕਰਕੇ ਪਾਪ ਵੀ ਹੁੰਦਾ, ਤੇ ਇਹਨਾਂ ਤਿੰਨਾਂ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸੇ ਪ੍ਰਕਾਰ ਗਰੀਬ ਨਿਵਾਜ ਬਖਸ਼ਿਸ਼ਾਂ ਕਰ ਰਹੇ ਹਨ ਭਾਈ, ਜਿਹੜੇ ਮਨ ਬਚਨ ਸਰੀਰ ਕਰਕੇ ਵਾਹਿਗੁਰੂ ਨੂੰ ਅਰਾਧਦੇ ਆ। ਸਰੀਰ ਕਰਕੇ ਵੀ ਅਰਾਧਨਾ ਹੈ ਜੀ। ਗੁਰੂ ਘਰ ਆਪਣੇ ਪੈਰਾਂ ਦੇ ਨਾਲ ਚੱਲ ਕੇ ਆਉਣਾ, ਸੰਗਤ ਵਿੱਚ ਇਕਾਗਰ ਚਿੱਤ ਹੋ ਕੇ ਬੈਠਣਾ, ਮੁੱਖੋਂ ਆਪਣੀ ਰਸਨਾ ਦੇ ਨਾਲ, ਜ਼ੁਬਾਨ ਦੇ ਨਾਲ, ਜੀਭਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਣਾ। ਇਹ ਹੈ ਸਰੀਰ ਕਰਕੇ ਜਪਣਾ, ਸਰੀਰ ਕਰਕੇ ਧਿਆਉਣਾ। ਵਾਹਿਗੁਰੂ ਵਾਹਿਗੁਰੂ ਕਰਨਾ, ਬਚਨਾ ਕਰਕੇ ਧਿਆਉਣਾ। ਮਨ ਵਿੱਚ ਪਰਮੇਸ਼ਰ ਦੀ ਯਾਦ ਰੱਖਣੀ, ਮਨ ਕਰਕੇ ਧਿਆਉਣਾ। ਤੇ ਜਿਹੜੇ ਭਾਈ ਇਸ ਪ੍ਰਕਾਰ ਮਨ ਬਚਨ ਕਰਮਾਂ ਕਰਕੇ ਵਾਹਿਗੁਰੂ ਨੂੰ ਧਿਆਉਂਦੇ ਆ, ਸੇ ਸਭੇ ਫਲ ਪਾਵਹੇ, ਉਹਨਾਂ ਨੂੰ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ। ਧਰਮ ਅਰਥ ਕਾਮ ਮੋਖ ਚਾਰੇ ਫਲਾਂ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਹੈ। ਮਲ ਮੂਤ ਮੂੜ ਜੇ ਮੁਗਧ ਹੋਤੇ, ਸੇ ਦੇਖ ਦਰਸ ਸੋ ਗਿਆਨਾ। ਇਹ ਮੋਹਨ ਜੀ, ਇਹ ਮੋਹਨ ਪ੍ਰਮਾਤਮਾ ਜੀ, ਜਿਹੜੇ ਬਹੁਤੇ ਮਲ ਮੂਤ ਮੂੜ ਜੇ ਮੁਗਧ ਹੋਤੇ, ਮਲ ਮੂਤਰ ਦੀ ਨਿਆਈ ਜਿਨ੍ਹਾਂ ਦੇ ਹਿਰਦੇ ਵਿੱਚ ਬਹੁਤਾ ਜ਼ਿਆਦਾ ਖਿਲਾਰਾ ਪਿਆ ਹੋਇਆ ਹੈ, ਜਿਨ੍ਹਾਂ ਦੇ ਹਿਰਦਿਆਂ ਵਿੱਚ ਗੰਦਗੀ ਰੂਪੀ ਈਰਖਾ ਆ। ਮਹਾਰਾਜ ਚ ਪਾਤਸ਼ਾਹ ਜੀ ਜਿਹੜੇ ਮੂੜ ਬਹੁਤੇ ਜ਼ਿਆਦਾ ਮੂਰਖ ਅਗਿਆਨੀ ਨੇ, ਜਿਹੜੇ ਮੂੜ ਪਰਮਾਰਥ ਕਰਕੇ ਤੁਹਾਡੇ ਤੋਂ ਭੁੱਲੇ ਹੋਏ ਨੇ, ਤੇ ਇਸੇ ਪ੍ਰਕਾਰ ਮੁਗਧ ਜਿਹੜੇ ਧਰਮ ਸ਼ਾਸਤਰਾਂ ਕਰਕੇ ਤੁਹਾਡੇ ਤੋਂ ਭੁੱਲੇ ਹੋਏ ਨੇ ਗਿਆਨ ਕਰਕੇ। ਐਸਿਆਂ ਤੇ ਜਦੋਂ ਤੁਹਾਡੀ ਕਿਰਪਾ ਹੋ ਜਾਂਦੀ ਹੈ, ਦੇਖ ਦਰਸ ਸੋ ਗਿਆਨਾ, ਮਹਾਰਾਜ ਜੇ ਉਹ ਤੁਹਾਡੇ ਦਰਸ਼ਨ ਕਰ ਲੈਣ, ਉਹਨਾਂ ਨੂੰ ਵੀ ਸ੍ਰੇਸ਼ਟ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਸਾਧ ਸੰਗਤ ਜੀ ਮਲ ਮੂਤ ਮੂੜ ਜੇ ਮੁਗਧ ਹੋਤੇ, ਜਿਹੜੇ ਇਸ ਪ੍ਰਕਾਰ ਘੋਰੀ ਇਤਿਆਦਿਕ ਜਾਂ ਹੋਰ ਬੜੇ ਇਸ ਪ੍ਰਕਾਰ ਵਰਣ ਨੇ ਨਾ, ਜਿਹੜੇ ਕਿ ਜਿਸ ਪ੍ਰਕਾਰ ਜੈਨੀ ਇਤਿਆਦਿਕ ਨੇ, ਜਿਨ੍ਹਾਂ ਬਾਬਤ ਗੁਰਬਾਣੀ ਨੇ ਕਿਹਾ ਹੈ ਕਿ ਫੋਲ ਫਦੀਹਤ ਮੋਹਿ ਲੈਨ ਪੜਾਸਾ,
ਪਾਣੀ ਦੇਖ ਸੰਗਾਹੀ, ਜਿਹੜੇ ਗੰਦਗੀ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਖੁਸ਼ ਮੰਨਦੇ ਆ, ਬਹੁਤਾ ਲੰਮਾ ਸਮਾਂ ਨਹਾਉਂਦੇ ਨਹੀਂ, ਇਸ਼ਨਾਨ ਨਹੀਂ ਕਰਦੇ। ਮਾਰੇ ਕਹਿੰਦੇ ਪਾਣੀ ਦੇਖ ਸੰਗਾਹੀ, ਪਾਣੀ ਨੂੰ ਦੇਖ ਕੇ ਤਾਂ ਇੱਦਾਂ ਲੱਗਦਾ ਵੀ ਸੰਗ ਹੀ ਜਾਂਦੇ ਆ। ਐਸੇ ਬੰਦੇ ਵੀ ਜਾਂ ਮੂਰਖ ਤੋਂ ਮੂਰਖ ਬੰਦਾ ਵੀ ਜੇ ਗੁਰੂ ਦੇ ਦਰਸ਼ਨ ਕਰ ਲਵੇ, ਮਹਾਰਾਜ ਦੇ ਦਰਸ਼ਨ ਆ ਕੇ ਕਰ ਲਵੇ, ਸੋ ਗਿਆਨਾ ਸ੍ਰੇਸ਼ਟ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਹੈ। ਜਿਵੇਂ ਭਾਈ ਬੜਾ ਮੂਰਖ ਮੰਨਦੇ ਸਨ ਦੁਨੀਆ ਦੇ ਲੋਕ, ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਚਰਨਾਂ ਵਿੱਚ ਆਇਆ ਹੈ ਛੱਜੂ, ਸਾਰੇ ਕਹਿੰਦੇ ਤੇ ਬੜਾ ਬੌਲਾ ਹੈ, ਬੜਾ ਕਮਲਾ ਹੈ, ਇਹਨੂੰ ਤੇ ਪਤਾ ਹੀ ਕੁਝ ਨਹੀਂ ਹੈ। ਛੱਜੂ ਝੀਵਰ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਕਿਰਪਾ ਕੀਤੀ, ਰਹਿਮਤ ਕੀਤੀ ਉਸ ਪਾਗਲ ਨੂੰ, ਜਿਹਨੂੰ ਦੁਨੀਆ ਪਾਗਲ ਕਹਿੰਦੀ ਹੈ ਜੀ। ਉਹ ਆਂਦੇ ਇਹਦੇ ਪਾਗਲ ਹੈ, ਮਹਾਰਾਜ ਨੇ ਕਿਰਪਾ ਕੀਤੀ, ਬੜਾ ਵੱਡਾ ਉੱਚ ਕੋਟੀ ਦਾ ਪੰਡਤ ਵਿਦਵਾਨ ਬਣਾ ਦਿੱਤਾ। ਲੋਕ ਕਹਿੰਦੇ ਤੇ ਬੜਾ ਮੂਰਖ ਹੈ, ਮਹਾਰਾਜ ਨੇ ਕਿਰਪਾ ਕੀਤੀ, ਜਿੱਥੇ ਵਿਦਵਤਾ ਬਖਸ਼ੀ ਹੈ, ਜਿੱਥੇ ਪੰਡਤਾਈ ਬਖਸ਼ੀ ਹੈ, ਜਿੱਥੇ ਗਿਆਨ ਬਖਸ਼ਿਆ ਹੈ, ਉੱਥੇ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਬ੍ਰਹਮ ਗਿਆਨ ਦੀ ਦਾਤ ਵੀ ਬਖਸ਼ ਦਿੱਤੀ। ਇਹ ਕੀ ਹੈ? ਗੁਰੂ ਦੇ ਦਰਸ਼ਨਾਂ ਦੀ ਮਹਾਨਤਾ ਆ। ਸੋ ਕਹੋ ਟਲ ਗੁਰ ਸੇਵੀਐ ਇਹਨੇ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁੱਖ ਜਾਏ। ਇਹ ਗੁਰੂ ਦੇ ਦਰਸ਼ਨ ਦੀ ਮਹਾਤਮਾ ਹੈ ਜੀ, ਦਰਸ਼ਨਾਂ ਦੀ ਮਹਾਨਤਾ ਹੈ। ਜੰਮਣ ਤੇ ਮਰਨ ਦਾ ਭਾਰੀ ਦੁੱਖ ਬੰਦੇ ਦਾ ਚਲਿਆ ਜਾਂਦਾ ਜਦੋਂ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ। ਦਰਸ਼ਨ ਪਰਸੈ ਗੁਰੂ ਕੈ 68 ਮੱਜਨ ਹੋਏ। ਸਨਾਤਨ ਧਰਮ ਵਾਲੇ ਮੰਨਦੇ 68 ਤੀਰਥਾਂ ਦਾ ਇਸ਼ਨਾਨ ਸਭ ਤੋਂ ਉੱਤਮ ਹੈ, ਮੁਕਤੀ ਪ੍ਰਾਪਤ ਹੋ ਜਾਂਦੀ ਜਿਹੜਾ 68 ਤੀਰਥਾਂ ਦਾ ਇਸ਼ਨਾਨ ਕਰਦਾ। ਮਹਾਰਾਜ ਕਹਿੰਦੇ 68 ਤੀਰਥ ਗੁਰੂ ਦੇ ਦਰਸ਼ਨਾਂ ਦੇ ਵਿੱਚ ਹੀ ਹੈ। ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਆ ਕੇ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਦਰਸ਼ਨ ਕਰੇ, ਉਹ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ। ਗੁਰੂ ਕੀ ਬਾਣੀ ਦਾ ਬਚਨ ਹੈ, ਗੁਰੂ ਕੀ ਬਾਣੀ ਦਾ ਫਰਮਾਨ ਹੈ। ਇਹੀ ਸਤਿਗੁਰੂ ਬਖਸ਼ਿਸ਼ਾਂ ਕਰਦੇ ਭਾਈ, ਬਹੁਤਾ ਕੋਈ ਮੂਰਖ ਭਾਵੇਂ ਹੋਵੇ, ਇਤਿਆਦਿਕ ਕਿਸੇ ਵੀ ਧਰਮ ਫਿਰਕੇ ਨਾਲ ਸੰਬੰਧਿਤ ਹੋਵੇ, ਇੱਕ ਵਾਰ ਗੁਰੂ ਦੇ ਦਰਸ਼ਨ ਕਰ ਲਵੇ ਆ ਕੇ, ਉਹਨੂੰ ਸ੍ਰੇਸ਼ਟ ਗਿਆਨ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਬਿਨਵੰਤ ਨਾਨਕ ਰਾਜ ਨਿਹਚਲ, ਪੂਰਨ ਪੁਰਖ ਭਗਵਾਨਾ। ਪਰਿਪੂਰਨ ਕਰ ਦੇਣ ਵਾਲੇ ਪਰਮੇਸ਼ਰ ਵਾਹਿਗੁਰੂ ਜੀ, ਪੁਰਖ ਪੂੰ ਇਤਿਆਦਿਕ ਨਰਕਾਂ ਤੋਂ ਰੱਖਣ ਵਾਲੇ ਭਗਵਾਨ ਪਰਮਾਤਮਾ ਸਰੂਪ ਵਾਹਿਗੁਰੂ ਜੀ। ਬਿਨਵੰਤ ਨਾਨਕ ਰਾਜ ਨਿਹਚਲ, ਅਸੀਂ ਬੇਨਤੀ ਪੂਰਵਕ ਬਚਨ ਕਰ ਰਹੇ ਹਾਂ, ਬੇਨਤੀਆਂ ਹੀ ਕਰ ਰਹੇ ਹਾਂ। ਮਹਾਰਾਜ ਤੁਹਾਡਾ ਜਿਹੜਾ ਰਾਜ ਹੈ ਅਬਚਲ ਰਾਜ, ਗੁਰੂ ਕੀ ਬਾਣੀ ਨੂੰ ਜਿਹਨੇ ਕਿਹਾ ਹੈ, ਗੁਰੂ ਕੀ ਬਾਣੀ ਨੇ ਕਿਹਾ ਅਬਚਲ ਰਾਜ ਪਰਮੇਸ਼ਰ ਦੇ ਰਾਜ ਨੂੰ। ਇੱਕ ਹੈ ਜੀ ਦੁਨੀਆ ਦੇ ਰਾਜਿਆਂ ਦਾ ਰਾਜ ਜਿਹੜਾ ਅੱਜ ਹੈ ਕੱਲ ਨਹੀਂ ਹੋਵੇਗਾ। ਪਹਿਲਾ ਰਾਜ ਸੀ ਯੁੱਧ ਦਾ ਰਾਜ, ਜਿਹੜਾ ਤੇ ਜਿੱਤ ਗਿਆ ਉਹ ਰਾਜ। ਅੱਜ ਵੋਟ ਰਾਜ ਆ, ਵੋਟ ਰਾਜ ਲੰਮਾ ਸਮਾਂ ਨਹੀਂ ਰਹਿੰਦਾ, ਅੱਜ ਕੋਈ ਹੈ ਕੱਲ ਨੂੰ ਕੋਈ ਹੈ। ਪਰ ਪਰਮੇਸ਼ਰ ਦਾ ਜਿਹੜਾ ਰਾਜ ਹੈ ਉਹ ਨਿਹਚਲ ਰਾਜ ਹੈ, ਉਹ ਅਬਚਲ ਰਾਜ ਹੈ, ਚਲਾਏ ਮਾਨ ਤੋਂ ਰਹਿਤ ਹੈ। ਦੁਨੀਆ ਹੋਵੇ ਨਾ ਹੋਵੇ, ਇਹ ਕੁੱਲ ਕਾਇਨਾਤ ਹੋਵੇ ਨਾ ਹੋਵੇ, ਆਕਾਸ਼ ਹੋਵੇ ਨਾ ਹੋਵੇ, ਧਰਤੀ ਹੋਵੇ ਨਾ ਹੋਵੇ, ਪਰ ਪਰਮੇਸ਼ਰ ਦਾ ਰਾਜ ਅਬਚਲ ਹੈ, ਸਦੀਵ ਰਾਜ ਹੈ। ਐਸਾ ਪਰਮੇਸ਼ਰ ਹੈ ਭਾਈ ਰਾਜ ਨਿਹਚਲ, ਉਹ ਹਮੇਸ਼ਾ ਹੀ ਰਾਜਾ ਆ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਐਸਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਪ੍ਰਕਾਸ਼ ਵੀ ਭਾਈ ਹਮੇਸ਼ਾ ਹੀ ਹੈ। ਮੋਹਨ ਤੂੰ ਸਫਲ ਫੜਿਆ ਸਣ ਪਰਿਵਾਰੇ। ਮਹਾਰਾਜ ਅੱਗੇ ਬਖਸ਼ਿਸ਼ਾਂ ਕਰਦੇ ਹੈ, ਬਾਬਾ ਮੋਹਨ ਜੀ ਤੁਸੀਂ ਸਣ ਪਰਿਵਾਰ ਦੇ ਸਮੇਤ ਪਰਿਵਾਰ ਦੇ ਆਪਣੇ ਸਫਲੋਂ ਤੇ ਫਲ ਦੇਣ ਵਾਲੇ ਹੋ। ਮੋਹਨ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਣ ਪਰਿਵਾਰੇ, ਪਰਮਾਤਮਾ ਵਾਹਿਗੁਰੂ ਦਾ ਪਰਿਵਾਰ ਕਿਹੜਾ ਹੈ? ਸਾਰੇ ਜੀਵ ਜੰਤੂ ਦਾ ਪਰਿਵਾਰ ਹੀ ਨੇ। ਤੇ ਮਹਾਰਾਜ ਜਿੰਨੇ ਸੰਤ ਭਗਤ ਰੱਬ ਦੇ ਪਿਆਰੇ, ਇਹ ਤੁਹਾਡਾ ਪਰਿਵਾਰ ਹਨ। ਤੁਸੀਂ ਸਾਰਿਆਂ ਨੂੰ ਸਤਿਗੁਰੂ ਕਿਰਪਾ ਕਰਕੇ ਫਲ ਦੇਣ ਵਾਲੇ ਹੋ, ਇਤਿਆਦਿਕ ਸਾਰਿਆਂ ਨੂੰ ਸਫਲਿਆਂ ਕਰ ਦੇਣ ਵਾਲੇ ਹੋ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ। ਐ ਮੋਹਨ ਜੀ, ਬਾਬਾ ਮੋਹਨ ਜੀ ਤੁਹਾਡੇ ਪੁੱਤਰ ਵੀ ਤਰ ਗਏ ਨੇ, ਤੁਹਾਡੇ ਜਿੰਨੇ ਮਿੱਤਰ ਨੇ ਉਹ ਵੀ ਤਰ ਗਏ ਹਨ, ਤੁਹਾਡੇ ਭਾਈ ਵੀ ਤਰ ਗਏ, ਤੇ ਇਸਤਰੀ ਤੋਂ ਬਾਅਦ ਫਲਿਆ ਪਰਿਵਾਰ ਕੁਟੰਬ ਜਿਹਨੂੰ ਕਿਹਾ ਗੁਰੂ ਕੀ ਬਾਣੀ ਨੇ, ਉਹ ਵੀ ਭਾਈ ਸਾਰਾ ਤਰ ਗਿਆ ਹੈ। ਮੋਹਨ ਇਹ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਹੜੇ ਤੁਹਾਡੇ ਪੁੱਤਰ ਨੇ ਬਾਬਾ ਸ਼੍ਰੀ ਚੰਦ ਜੀ, ਉਹ ਵੀ ਤਰ ਗਏ ਨੇ। ਇਤਿਆਦਿਕ ਜਿਨ੍ਹਾਂ ਨੇ ਤੁਹਾਨੂੰ ਪੁੱਤਰਾਂ ਦੀ ਤਰ੍ਹਾਂ ਜਾਣਿਆ, ਬਾਬਾ ਮਹਿਤਾ ਕਾਲੂ ਜੀ, ਉਹ ਵੀ ਤਰ ਗਏ ਨੇ। ਤੇ ਇਸੇ ਪ੍ਰਕਾਰ ਮੀਤ ਤੁਹਾਡੇ ਜਿਹੜੇ ਮਿੱਤਰ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਿੱਤਰ ਨੇ ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਜੀ, ਉਹ ਵੀ ਤਰ ਗਏ ਨੇ।
ਹੋਰ ਇਤਿਆਦਿਕ ਜਿੰਨੇ ਮਿੱਤਰ ਨੇ, ਭਾਈ ਕੁਟੰਬ ਹਨ, ਜਿੰਨਾ ਪਰਿਵਾਰ ਹੈ, ਸਾਰਾ ਹੀ ਤਰ ਗਿਆ ਹੈ। ਤੁਸੀਂ ਸਾਰਿਆਂ ਦੀ ਕਿਰਪਾ ਕੀਤੀ ਹੈ। ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਐ ਗਰੀਬ ਨਿਵਾਜ ਜੀ, ਤੁਸੀਂ ਕੁੱਲ ਕਾਇਨਾਤ ਨੂੰ ਤਾਰ ਦੇਣ ਵਾਲੇ ਹੋ। ਤਾਰਿਆ ਜਹਾਨ, ਸਾਰਿਆਂ ਨੂੰ ਤਾਰਨ ਵਾਲੇ ਹੋ। ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਜਿਨ੍ਹਾਂ ਨੇ ਵੀ ਤੁਹਾਡਾ ਦਰਸ਼ਨ ਕੀਤਾ ਗਰੀਬ ਨਿਵਾਜ ਮਹਾਰਾਜ, ਉਹਨਾਂ ਦਾ ਅਭਿਮਾਨ, ਅਹੰਕਾਰ ਉਤਰ ਗਿਆ ਹੈ, ਦੂਰ ਹੋ ਗਿਆ ਹੈ। ਤੁਸੀਂ ਕਿਰਪਾ ਕੀਤੀ ਹੈ। ਤੇ ਸ਼ਬਦ ਮਹਾਰਾਜ ਨੇ ਬਾਬਾ ਮੋਹਨ ਜੀ ਦੇ ਪਰਥਾਏ ਵੀ ਸਤਿਗੁਰੂ ਜੀ ਨੇ ਉਚਾਰਿਆ ਸੀ ਕਿ ਮੋਹਨ ਜੀ ਤੁਹਾਡਾ ਦਰਸ਼ਨ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਮਹਾਰਾਜ ਗਰੀਬ ਨਿਵਾਜ ਜੀ ਨੇ ਕਿਹਾ ਕਿ ਪੋਥੀਆਂ ਲੈ ਕੇ ਆਉਣੀਆਂ, ਸੂਖਮ ਅਹੰਕਾਰ ਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਕਿਹਾ ਮਾਰੇ ਪੋਥੀਆਂ ਮੈਂ ਲੈ ਕੇ ਆਵਾਂ, ਮੈਂ ਵੀ ਭੱਲਿਆਂ ਦੀ ਕੁਲਦਾ। ਆਏ, ਪਰ ਭਾਈ ਗੁਰਦਾਸ ਸਾਹਿਬ ਜੀ ਨੇ ਬੜੀ ਹੋਕੇ ਲਾਏ, ਆਵਾਜ਼ਾਂ ਦਿੱਤੀਆਂ। ਬਾਬਾ ਮੋਹਨ ਜੀ ਨੇ ਸਮਾਧੀ ਨਹੀਂ ਖੁੱਲੀ, ਉਹਨਾਂ ਦਾ ਵੀ ਸੂਖਮ ਅਹੰਕਾਰ ਦੂਰ ਹੋ ਗਿਆ। ਉਪਰੰਤ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹਾਂ, ਮੈਂ ਤੁਰ ਤੋਂ ਹੀ ਸਿੱਖ ਵਾਂ, ਮੈਂ ਲੈ ਕੇ ਆਉਣਾ। ਪਰ ਉਹਨਾਂ ਦੇ ਅੰਦਰ ਜੋ ਸੂਖਮ ਅਹੰਕਾਰ ਹੈ ਉਹ ਵੀ ਦੂਰ ਹੋ ਗਿਆ ਜਦੋਂ ਬਾਬਾ ਮੋਹਨ ਜੀ ਨੇ ਸਮਾਧੀ ਨਹੀਂ ਖੋਲ੍ਹੀ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ, ਮਹਾਰਾਜ ਬਖਸ਼ਿਸ਼ਾਂ ਕਰਦੇ ਬਾਬਾ ਮੋਹਨ ਜੀ, ਜਿਨ੍ਹਾਂ ਨੇ ਵੀ ਤੁਹਾਡਾ ਦਰਸ਼ਨ ਕੀਤਾ ਹੈ, ਤੁਸੀਂ ਕਿਰਪਾ ਕੀਤੀ ਤੇ ਸਾਰਿਆਂ ਦਾ ਅਹੰਕਾਰ ਆਪ ਜੀ ਨੇ ਦੂਰ ਕਰ ਦਿੱਤਾ। ਜਿਨੀ ਤੁਧਨੋਂ ਧਨ ਕਹਿਆ, ਤਿਨ ਜਮ ਨੇੜ ਨਾ ਆਇਆ। ਐ ਮਹਾਰਾਜ, ਜਿਨ੍ਹਾਂ ਨੇ ਤੁਹਾਨੂੰ ਧਨਤਾ ਦੇ ਯੋਗ ਕਿਹਾ ਹੈ, ਜਿਨ੍ਹਾਂ ਨੇ ਕਿਹਾ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤੇ ਮਹਾਰਾਜ ਉਹਨਾਂ ਦੇ ਜਮ ਕਦੇ ਨੇੜ ਨਹੀਂ ਆਏ। ਜਮਦੂਤ ਕਦੇ ਉਹਨਾਂ ਦੇ ਨੇੜੇ ਨਹੀਂ ਆ ਸਕਦੇ। ਜਿਨ੍ਹਾਂ ਨੇ ਗੁਰੂ ਨੂੰ ਧੰਨ ਕਿਹਾ ਆ, ਜਿਨ੍ਹਾਂ ਨੇ ਜਾਣ ਲਿਆ ਸਾਡੇ ਗੁਰੂ ਧੰਨਤਾ ਦੇ ਯੋਗ ਨੇ, ਜਿਹੜੇ ਕਹਿੰਦੇ ਆ ਗੁਰੂ ਸਾਹਿਬ ਹੀ ਧੰਨ ਨੇ, ਗੁਰੂ ਤੋਂ ਉੱਪਰ ਕੋਈ ਨਹੀਂ ਹੈ ਜੀ। ਜਿਨ੍ਹਾਂ ਨੇ ਗੱਲ ਜਾਣ ਲਈ ਹੈ ਬਲਿਹਾਰੀ ਗੁਰੂ ਆਪਣੇ ਦੇਵ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਆਪਣੇ ਗੁਰੂ ਤੋਂ ਜਿਹੜੇ ਬਲਿਹਾਰ ਨੇ ਜਾਂਦੇ ਆ, ਵਾਰ ਨੇ ਜਾਂਦੇ ਨੇ, ਉਹਨਾਂ ਦੇ ਜਮ ਵੀ ਨੇੜ ਨਹੀਂ ਆਉਂਦੇ ਭਾਈ। ਜਿਹੜੇ ਆਪਣੇ ਗੁਰੂ ਤੋਂ ਕੁਰਬਾਨ ਜਾਂਦੇ ਹਨ, ਤੇ ਗੁਰੂ ਦੀ ਬਾਤ ਤੇ ਬੜੀ ਵੱਡੀ ਹੈ। ਗੁਰੂ ਦੇ ਪਿਆਰਿਆਂ ਨੂੰ ਜੇ ਕੋਈ ਧੰਨ ਕਹਿ ਦੇਵੇ, ਵਾਹਿਗੁਰੂ ਦੇ ਪਿਆਰਿਆਂ ਨੂੰ, ਸਤਿਗੁਰਾਂ ਦੇ ਸਿੱਖਾਂ ਨੂੰ ਧੰਨ ਕਵੇ ਨਾ ਕੋਈ, ਜੇ ਕੋ ਜੀਓ ਕਹੇ ਉਹਨਾਂ ਕੋ ਤਾਂ ਜਮ ਕੀ ਤਲਬ ਨਾ ਹੋਈ। ਉਹਨਾਂ ਨੂੰ ਵੀ ਜਮ ਨਹੀਂ ਲੈਣ ਆਉਂਦੇ। ਜਿਹੜੇ ਰੱਬ ਨੂੰ ਧੰਨ ਕਹਿੰਦੇ ਆ ਤੇ ਉਹਦੇ ਪਿਆਰਿਆਂ ਨੂੰ ਵੀ ਧੰਨਤਾ ਦੇ ਯੋਗ ਮੰਨਦੇ ਹਨ। ਬੇਅੰਤ ਗੁਣ ਤੇਰੇ ਕਥੇ ਨਾ ਜਾਹੀ, ਸਤਿਗੁਰ ਪੁਰਖ ਮੁਰਾਰੇ। ਐ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਗੁਣ ਬੇਅੰਤ ਹਨ। ਇੱਕ ਗੁਣ ਨਹੀਂ, ਦੋ ਗੁਣ ਨਹੀਂ, ਵੀ ਜਿਹੜੇ ਗਿਣ ਲਈਏ ਗਿਣਤੀ ਤੋਂ ਬਾਹਰ ਬੇਅੰਤ ਗੁਣ ਆਪ ਜੀ ਦੇ ਹਨ। ਤੇ ਕਥੇ ਨਾ ਜਾਹੀ, ਕਥਨ ਨਹੀਂ ਕੀਤੇ ਜਾ ਸਕਦੇ। ਅਸੀਂ ਕਥਾ ਕਰਦੇ ਹਾਂ, ਕੀਰਤਨ ਕਰਦੇ ਹਾਂ, ਇਹ ਵਾਹਿਗੁਰੂ ਦੇ ਗੁਣ ਗਾਏ ਜਾ ਰਹੇ ਨੇ ਜੀ, ਅੰਤ ਨਹੀਂ ਪਾਇਆ ਜਾ ਸਕਦਾ। ਜਿਸ ਪ੍ਰਕਾਰ ਕੋਈ ਆਕਾਸ਼ ਦੇ ਵਿੱਚ ਉੱਡਣ ਵਾਲਾ ਪੰਛੀ ਹੋਵੇ, ਆਕਾਸ਼ ਦੇ ਵਿੱਚ ਉਡਾਰੀਆਂ ਲਾਵੇ, ਬੜੀ ਉੱਚੀ ਜਾਵੇ, ਤੇ ਉਹ ਕਵੇ ਮੈਂ ਆਕਾਸ਼ ਦਾ ਅਸਮਾਨ ਦਾ ਅੰਤ ਪਾ ਲਵਾਂਗਾ, ਤੇ ਬੜਾ ਵੱਡਾ ਮਨ ਦਾ ਭੁਲੇਖਾ ਹੈ। ਆਕਾਸ਼ ਦੇ ਵਿੱਚ ਉਡਾਰੀਆਂ ਭਰ ਕੇ ਉਹ ਆਕਾਸ਼ ਦਾ ਆਨੰਦ ਲੈ ਸਕਦਾ ਹੈ, ਉਹਦਾ ਅੰਤ ਨਹੀਂ ਪਾ ਸਕਦਾ। ਪਾਣੀ ਦੇ ਵਿੱਚ, ਸਮੁੰਦਰ ਦੇ ਵਿੱਚ ਰਹਿਣ ਵਾਲੇ ਮੱਛ, ਸਮੁੰਦਰ ਦੇ ਵਿੱਚ ਰਹਿਣ ਵਾਲੀ ਮੱਛੀ, ਸਾਧ ਸੰਗਤ ਜੀ, ਸਮੁੰਦਰ ਦੇ ਵਿੱਚ ਤਾਰੀਆਂ ਲਾ ਕੇ ਆਨੰਦ ਤੇ ਲੈ ਸਕਦੀ ਹੈ। ਪਰ ਜੇ ਉਹ ਮੱਛੀ ਕਵੇ ਮੈਂ ਸਮੁੰਦਰ ਦਾ ਅੰਤ ਪਾ ਲਵਾਂਗੀ, ਇਹ ਬੜਾ ਵੱਡਾ ਮਨ ਦਾ ਭੁਲੇਖਾ ਹੈ। ਇੱਕ ਮੱਛੀ ਤਾਰੀਆਂ ਲਾ ਕੇ ਆਨੰਦ ਲੈ ਸਕਦੀ ਹੈ। ਆਕਾਸ਼ ਦੇ ਵਿੱਚ ਉੱਡਣ ਵਾਲੇ ਪੰਛੀ ਉਡਾਰੀਆਂ ਭਰ ਭਰ ਕੇ ਆਨੰਦ ਲੈ ਸਕਦੇ, ਅੰਤ ਨਹੀਂ ਪਾ ਸਕਦੇ। ਅਸੀਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕਥਾ ਸੁਣਨ ਰੂਪੀ ਉਡਾਰੀਆਂ ਲਾ ਕੇ, ਕੀਰਤਨ ਸੁਣਨ ਰੂਪੀ ਤਾਰੀਆਂ ਲਾ ਕੇ ਆਨੰਦ ਲੈ ਸਕਦੇ ਹਾਂ, ਪਰ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦੇ। ਅੰਤ ਨਾ ਪਾਵਤ ਦੇਵ ਸਵੈ ਮਨ ਇੰਦਰ ਮਹਾਸਿਵ ਜੋਗ ਕਰੀ। ਅਸੀਂ ਕੀ ਵਿਚਾਰੇ ਹਾਂ, ਵੱਡੇ ਵੱਡੇ ਦੇਵੀ ਦੇਵਤੇ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦੇ, ਉਹਦੇ ਗੁਣਾਂ ਨੂੰ ਨਹੀਂ ਗਿਣ ਸਕਦੇ। ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ, ਮਹਾਰਾਜ ਦੀ ਬਾਣੀ ਨੇ ਕਿਹਾ ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ ਨਾਗ ਹੈ, ਉਹਨੇ ਗੁਰੂ ਦਾ ਅੰਤ ਨਹੀਂ ਪਾਇਆ, ਉਹ ਭੇਦ ਨਹੀਂ ਜਾਣ ਸਕਿਆ। ਅਸੀਂ ਤੇ ਵਿਚਾਰੇ ਕੀ ਹਾਂ। ਅਸੀਂ ਸੰਗਤ ਕਰਦੇ ਹਾਂ ਜੀ ਆਪਣੇ ਆਨੰਦ ਵਾਸਤੇ, ਅਸੀਂ ਕਥਾ ਕਰਦੇ, ਕੀਰਤਨ ਕਰਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ ਆਪਣੇ ਆਨੰਦ ਵਾਸਤੇ, ਅੰਤ ਪਾਉਣ ਵਾਸਤੇ ਨਹੀਂ। ਜਿਹਨੇ ਅੰਤ ਪਾਉਣਾ ਚਾਹਿਆ ਉਹ ਮਿੱਟੀ ਦੇ ਵਿੱਚ ਰੁਲ ਗਿਆ ਆ,
ਉਹ ਨਾਸ਼ ਹੋ ਗਿਆ ਹੈ, ਜਿਹਨੇ ਆਨੰਦ ਲਿਆ ਆ ਤੇ ਰਹਿੰਦੀ ਦੁਨੀਆ ਤੱਕ ਉਹਦਾ ਨਾਮ ਚਮਕਦਾ ਰਹਿੰਦਾ ਹੈ। ਜਿਹਨੇ ਮੱਥਾ ਲਾਇਆ ਉਹ ਨਾਸ਼ ਹੋ ਗਿਆ, ਜਿਹਨੇ ਮੱਥਾ ਝੁਕਾਇਆ, ਸਿਰ ਝੁਕਾਇਆ, ਉਹਦਾ ਸਾਧ ਸੰਗਤ ਜੀ ਜਸ, ਉਹਦੀ ਵਡਿਆਈ ਦੁਨੀਆ ਵਿੱਚ ਹੁੰਦੀ ਹੈ। ਪਰਮੇਸ਼ਰ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ। ਮਹਾਰਾਜ ਬਖਸ਼ਿਸ਼ਾਂ ਕਰਦੇ ਨੇ, ਬੇਅੰਤ ਗੁਣ ਤੇਰੇ ਕਥੇ ਨਾ ਜਾਹੀ। ਬੇਅੰਤ ਗੁਣ ਨੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਕਹੇ ਨਹੀਂ ਜਾ ਸਕਦੇ, ਕਥੇ ਨਹੀਂ ਜਾ ਸਕਦੇ। ਸਤਿਗੁਰੂ ਪੁਰਖ ਮੁਰਾਰੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸੱਚ ਸਰੂਪ ਹੋ। ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲੇ ਹੋ, ਪੁਰਖ ਹੋ, ਪਰਿਪੂਰਨ ਹੋ, ਪੂ ਇਤਿਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲੇ ਹੋ, ਮੁਰਾਰੇ ਮੁਰ ਇਤਿਆਦਿਕ ਦੈਂਤਾਂ ਦਾ ਨਾਸ਼ ਕਰਨ ਵਾਲੇ ਹੋ। ਬਿਨਵੰਤ ਨਾਨਕ ਟੇਕ ਰਾਖੀ, ਜਿਤ ਲਗ ਤਰਿਆ ਸੰਸਾਰੇ। ਇਹ ਗਰੀਬ ਨਿਵਾਜ ਮਹਾਰਾਜ ਚ ਪਾਤਸ਼ਾਹ, ਅਸੀਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੀ ਕਰਦੇ ਹਾਂ, ਬੇਨਤੀ ਸਰੂਪ ਹੀ ਕਹਿੰਦੇ ਹਾਂ, ਆਪ ਜੀ ਕਿਰਪਾ ਕਰੋ ਮਹਾਰਾਜ। ਆਪ ਜੀ ਨੇ ਸਾਡੀ ਟੇਕ ਓਟ ਰੱਖ ਲਈ, ਆਪ ਜੀ ਨੇ ਕਿਰਪਾ ਕੀਤੀ ਹੈ। ਆਪ ਜੀ ਦੀ ਕਿਰਪਾ ਦੇ ਨਾਲ ਹੀ ਜੋ ਅਸੀਂ ਬਾਣੀ ਦੀਆਂ ਪੋਥੀਆਂ ਲੈਣ ਆਏ ਹਾਂ, ਇਹਦੇ ਨਾਲ ਲੱਗ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੁਣ ਕੇ ਮੰਨ ਕੇ ਅਨੇਕਾਂ ਹੀ ਮਨੁੱਖ ਸੰਸਾਰ ਵਿੱਚ ਤਰਨਗੇ, ਤਰ ਰਹੇ ਹਨ ਤੇ ਤਰਦੇ ਹੀ ਰਹਿਣਗੇ। ਜਦੋਂ ਤੀਸਰਾ ਪਦਾ ਮਹਾਰਾਜ ਜੀ ਨੇ ਉਚਾਰਿਆ ਤੇ ਉਸ ਸਮੇਂ ਸਾਧ ਸੰਗਤ ਜੀ ਬਾਬਾ ਮੋਹਨ ਜੀ ਪੋਥੀਆਂ ਲੈ ਕੇ ਮਹਾਰਾਜ ਦੇ ਚਰਨਾਂ ਵਿੱਚ ਆ ਗਏ ਸਨ। ਕਹਿਣ ਲੱਗੇ ਪੋਥੀਆਂ ਤੇ ਦੇ ਦੇਵਾਂਗੇ, ਇੱਕ ਸ਼ਰਤ ਹੈ, ਸਾਨੂੰ ਤੁਹਾਡੇ ਚਰਨਾਂ ਤੇ ਨਮਸਕਾਰ ਕਰਨ ਦਿਓ, ਅਸੀਂ ਤੁਹਾਡੇ ਚਰਨਾਂ ਤੇ ਨਮਸਕਾਰ ਕਰਨੀ। ਮਹਾਰਾਜ ਕਹਿਣ ਲੱਗੇ ਬਾਬਾ ਮੋਹਨ ਜੀ ਤੁਸੀਂ ਸਤਿਕਾਰਯੋਗ ਹੋ, ਤੁਸੀਂ ਵੱਡੇ ਹੋ, ਬਜ਼ੁਰਗ ਹੋ, ਤੁਸੀਂ ਨਮਸਕਾਰ ਨਹੀਂ ਕਰ ਸਕਦੇ, ਅਸੀਂ ਨਹੀਂ ਕਰਾ ਸਕਦੇ। ਉਹਨਾਂ ਕਿਹਾ ਜਿਸ ਸਮੇਂ ਸਾਡੇ ਪਿਤਾ ਗੁਰੂ ਅਮਰਦਾਸ ਜੀ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਮਹਾਰਾਜ ਨੂੰ ਬਖਸ਼ੀ ਸੀ, ਉਸ ਸਮੇਂ ਕਿਹਾ ਸੀ ਗੁਰੂ ਰਾਮਦਾਸ ਜੀ ਦੇ ਪੈਰੀ ਪੈ ਜਾਓ, ਚਰਨੀ ਪੈ ਜਾਓ। ਅਸੀਂ ਚਰਨ ਨਹੀਂ ਫੜੇ ਸਨ ਆਪਣੇ ਹੰਕਾਰ ਵਿੱਚ। ਸਤਿਗੁਰ ਪੁਰਖ ਜੀ ਬੋਲਿਆ ਗੁਰਸਿੱਖਾ ਮੰਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਅਸੀਂ ਨਹੀਂ ਪੈਰੀ ਪਏ, ਸਾਡੇ ਭਰਾ ਤਾਂ ਬਾਬਾ ਮੋਹਰੀ ਜੀ ਮਹਾਰਾਜ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਢਹਿ ਗਏ ਸਨ। ਉਸ ਸਮੇਂ ਸਾਡੇ ਪਿਤਾ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸੀ, ਮੋਹਨ ਜੀ ਅੱਜ ਤੁਸੀਂ ਹੰਕਾਰ ਕੀਤਾ ਹੈ, ਤੁਹਾਡਾ ਹਿਰਦਾ ਇਸੇ ਤਰ੍ਹਾਂ ਸੜਦਾ ਰਹੇਗਾ, ਤਪਦਾ ਰਹੇਗਾ। ਫਿਰ ਅਸੀਂ ਜਾ ਕੇ ਗੁਰੂ ਪਿਤਾ ਜੀ ਨੂੰ ਕਿਹਾ ਸੀ ਹੁਣ ਅਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਢਹਿ ਜਾਂਦੇ ਹਾਂ, ਸਾਡੇ ਤੇ ਕਿਰਪਾ ਕਰੋ, ਸਾਡਾ ਹਿਰਦਾ ਸੜਦਾ ਪਿਆ ਆ। ਮਹਾਰਾਜ ਨੇ ਬਚਨ ਕੀਤਾ ਸੀ ਇਹਨਾਂ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਆਉਣਗੇ, ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾ ਦਿਓ, ਤੁਹਾਡੇ ਹਿਰਦੇ ਨੂੰ ਸ਼ਾਂਤੀ ਮਿਲ ਜਾਏਗੀ। ਹੁਣ ਕਿਰਪਾ ਕਰੋ ਮਹਾਰਾਜ, ਮੈਨੂੰ ਸਿਰ ਝੁਕਾ ਦੇਣ ਦਿਓ ਤੇ ਮੇਰਾ ਹਿਰਦਾ ਹੈ ਨਾ ਜਿਹੜਾ ਉਹ ਸ਼ਾਂਤ ਹੋ ਜਾਏਗਾ। ਬਾਬਾ ਮੋਹਨ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ, ਤਬਤ ਕੜਾਹਾ ਬੁਝ ਗਿਆ, ਗੁਰਸੀਤਲ ਨਾਮ ਦੀ ਉਹ ਵਾਲੀ ਅਵਸਥਾ ਆ ਗਈ। ਜਿਹੜਾ ਹਿਰਦਾ ਸਾਧ ਸੰਗਤ ਜੀ ਬਹੁਤਾ ਤਪ ਰਿਹਾ ਸੀ, ਜਲਦਾ ਬਲਦਾ ਸੀ, ਸਤਿਗੁਰਾਂ ਕਿਰਪਾ ਕੀਤੀ, ਮਿਹਰਾਂ ਦਾ ਮੀਂਹ ਵਰਸਾਇਆ, ਆਨੰਦ ਹੀ ਆਨੰਦ ਵਰਸਾ ਦਿੱਤਾ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਜਿਸ ਪ੍ਰਕਾਰ ਬਾਬਾ ਮੋਹਨ ਜੀ ਤੇ ਕਿਰਪਾ ਕਰਕੇ ਹਿਰਦੇ ਵਿੱਚ ਸ਼ਾਂਤੀ ਬਖਸ਼ੀ, ਸਾਡੇ ਤੇ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ਾਂ ਕਰਨ, ਰਹਿਮਤ ਭਰਿਆ ਹੱਥ ਰੱਖਣ, ਸਾਡੇ ਤੇ ਦਇਆ ਕਰਨ ਭਾਈ, ਕਿਰਪਾ ਕਰਨ ਸਾਡੇ ਵੀ ਹਿਰਦੇ ਵਿੱਚ ਸ਼ਾਂਤੀ ਆ ਜਾਏ, ਸਾਡਾ ਵੀ ਚੱਲਿਆ ਕਦਮ ਕਦਮ ਸਫਲ ਹੋ ਜਾਏ। ਗੁਰੂ ਕਿਰਪਾ ਕਰੇ, ਸਤਿਗੁਰੂ ਬਖਸ਼ਿਸ਼ ਕਰਨ। ਸ਼ਬਦ ਦੀ ਵਿਚਾਰ ਕਰਦੇ ਇੱਕ ਨਹੀਂ, ਬੇਅੰਤ ਭੁੱਲਾਂ ਹੋਈਆਂ ਆਪ ਜੀ ਬਖਸ਼ਣਹਾਰ ਹੋ, ਗੁਰੂ ਕੀ ਸੰਗਤ ਬਖਸ਼ਣਹਾਰ ਹੈ ਸਮੂਹ ਸੰਗਤ ਦਾ। ਬਹੁਤ ਬਹੁਤ ਧੰਨਵਾਦ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਬਖਸ਼ਿਓ ਉਪਦੇਸ਼ ਪੜ੍ਹਨ ਸੁਣਨ ਵਾਲਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਬੁਲਾਓ ਫਤਿਹ ਜੀ, ਭੁੱਲ ਚੁੱਕ ਦੀ ਮੁਆਫੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।